NSQF ਦੀਆਂ ਆਨਲਾਈਨ ਸੇਵਾਵਾਂ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰਾ ਅੱਜ ਦਾ ਟੌਪਿਕ ਹੈ ਸੈਲੂਨ ਪ੍ਰਬੰਧ। ਮੈਂ ਸ਼ੀਤਲ ਦੇਵੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਜਲੰਧਰ ਤੋਂ ਇਹ ਪ੍ਰੈਜੈਂਟੇਸ਼ਨ ਪ੍ਰੈਜ਼ੈਂਟ ਕਰਨ ਜਾ ਰਹੀ ਹਾਂ। ਅੱਜ ਦੇ ਅਸੀਂ ਇਸ ਸੈਸ਼ਨ ਵਿੱਚ ਪੜ੍ਹਾਂਗੇ ਵੱਖਰੇ ਵੱਖਰੇ ਕਾਰਜ ਦੀ ਥਾਂ 'ਤੇ ਖਤਰੇ ਅਤੇ ਸਿਹਤ ਸੰਬੰਧੀ ਰੋਗਾਂ ਦੀ ਪਛਾਣ, ਮੁੱਢਲੀ ਸਹਾਇਤਾ ਨੂੰ ਵਰਤਣਾ ਜਾਂ ਲਗਾਉਣਾ, ਟੈਲੀਫੋਨ ਸੰਵਾਦ ਵਿਸ਼ੇ ਸੰਬੰਧੀ ਵਾਰਤਾਲਾਪ ਸੰਬੰਧੀ ਹੁਨਰ ਦਾ ਵਿਕਾਸ, ਕਰ ਦੀ ਸੰਗਣਨਾ ਅਤੇ ਬਹੀ ਖਾਤਾ ਦਾ ਵਰਣਨ ਕਰਨਾ, ਮੁੱਢਲੇ ਪ੍ਰਬੰਧ ਅਤੇ ਮਨੁੱਖੀ ਸਾਧਨਾਂ ਹੁਨਰਾਂ ਦਾ ਵਿਕਾਸ। ਕਿੱਤਾਕਾਰੀ ਖਤਰੇ। ਖਤਰਾ ਅਜਿਹਾ ਕੁਝ ਹੋ ਸਕਦਾ ਹੈ ਜੋ ਸਾਨੂੰ ਨੁਕਸਾਨ ਵੱਲ ਲੈ ਜਾਂਦਾ ਹੈ। ਜੋਖਮ ਇੱਕ ਅਜਿਹੀ ਹਾਲਤ ਹੁੰਦੀ ਹੈ ਜੋ ਇੱਕ ਆਦਮੀ ਨੂੰ ਖਤਰੇ ਤੋਂ ਅਸੁਰੱਖਿਅਤ ਕਰ ਦਿੰਦੀ ਹੈ, ਖਤਰੇ ਵੱਲ ਲੈ ਜਾਂਦੀ ਹੈ। ਜ਼ਖਮ ਬਣ ਵੀ ਸਕਦਾ ਹੈ ਅਤੇ ਨਹੀਂ ਵੀ ਬਣ ਸਕਦਾ। ਉਦਾਹਰਨ ਦੇ ਤੌਰ 'ਤੇ ਸੈਲੂਨ ਦੇ ਵਿੱਚ ਕਈ ਉਤਪਾਦ ਵਰਤੇ ਜਾਂਦੇ ਹਨ, ਜਿਸ ਤਰ੍ਹਾਂ ਹਾਈਡਰੋਜਨ ਪਰਆਕਸਾਈਡ, ਜਿਸ ਦੇ ਨਾਲ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਇਹ ਤੱਤ ਜ਼ਹਿਰੀਲੇ ਅਤੇ ਜਲਣਸ਼ੀਲ ਹੁੰਦੇ ਹਨ। ਇਸ ਤਰ੍ਹਾਂ ਇਹਨਾਂ ਦਾ ਵੱਡਾ ਖਤਰਾ ਅਸੀਂ ਟਾਲ ਸਕਦੇ ਹਾਂ ਜੇਕਰ ਸਾਨੂੰ ਇਹਨਾਂ ਖਤਰਿਆਂ ਦੀ ਜਾਂ ਇਹਨਾਂ ਤੋਂ ਠੀਕ ਹੋਣ ਦੀ ਪੂਰੀ ਨੌਲੇਜ ਹੋਵੇ। ਜ਼ਿੰਮੇਵਾਰੀਆਂ। ਜੇਕਰ ਸੈਲੂਨ ਸਮੱਸਿਆਵਾਂ ਜਾਂ ਸਿਹਤ ਸੰਬੰਧੀ ਵਿਵਾਦ ਪੈਦਾ ਹੋ ਜਾਂਦੇ ਹਨ ਤਾਂ ਕਿਸ ਦੇ ਕੋਲ ਜਾਣਾ ਚਾਹੀਦਾ ਹੈ? ਇਹ ਵੀ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ। ਜ਼ਿਆਦਾਤਰ ਸੈਲੂਨਾਂ ਕੋਲ ਆਪਣਾ ਸਟਾਫ ਹੁੰਦਾ ਹੈ। ਕੁਝ ਬਿਊਟੀਸ਼ੀਅਨ ਤੁਰੰਤ ਮੁੱਢਲੀ ਸਹਾਇਤਾ, ਜਿਸ ਨੂੰ ਅਸੀਂ ਫਸਟ ਏਡ ਕਹਿੰਦੇ ਹਾਂ, ਉਹ ਪ੍ਰਦਾਨ ਕਰਦੇ ਹਨ। ਜੇਕਰ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਵੇ, ਇੱਕ ਸੈਲੂਨ ਸਿਖਲਾਈਕਾਰ ਹੋਣ ਦੇ ਨਾਤੇ ਇਸ ਆਦਮੀ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਰੰਤ ਕਾਰਵਾਈ ਕਿਵੇਂ ਕਰਨੀ ਹੈ। ਜੇਕਰ ਗਾਹਕ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਕਿਵੇਂ ਦੁਰਘਟਨਾ ਬੁੱਕ ਨੂੰ ਅਸੀਂ ਉਸਨੂੰ ਹੈਂਡਲ ਕਰਨਾ ਹੈ ਜਾਂ ਉਸਨੂੰ ਆਪਾਤਕਾਲੀ ਮਦਦ ਕਿਸ ਤਰ੍ਹਾਂ ਦੇਣੀ ਹੈ। ਜੋਖਮਾਂ ਨੂੰ ਪਹਿਚਾਨਣਾ। ਸੈਲੂਨ ਵਿੱਚ ਕੰਮ ਕਰਨ ਵਾਲੇ ਸਾਰਾ ਦਿਨ ਸਖਤ ਮਿਹਨਤ ਕਰਦੇ ਹਨ ਅਤੇ ਆਉਣ ਜਾਣ ਵਾਲੇ ਗਾਹਕਾਂ ਨਾਲ ਸਾਰਾ ਦਿਨ ਘਿਰੇ ਰਹਿੰਦੇ ਹਨ। ਇਸ ਤਰ੍ਹਾਂ ਕਈ ਹਾਲਾਤ ਇਸ ਤਰ੍ਹਾਂ ਪ੍ਰਗਟ ਹੋ ਜਾਂਦੇ ਹਨ ਜਿਸ ਵਿੱਚ ਗਾਹਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਟਾਫ ਮੈਂਬਰਾਂ ਦੇ ਲਈ ਮੁੱਢਲਾ ਹੱਕ ਬਣ ਜਾਂਦਾ ਹੈ। ਮਸ਼ੀਨਰੀ ਜਾਂ ਸਮੱਗਰੀ ਦੇ ਖਤਰੇ। ਇਸ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਇਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਸਾਰੀਆਂ ਮਸ਼ੀਨਾਂ, ਸਮੱਗਰੀ ਅਤੇ ਸੰਦਾਂ ਔਜ਼ਾਰਾਂ ਨੂੰ ਚੰਗੇ ਕੰਮ ਕਰਨ ਦੀ ਸਥਿਤੀ ਵਿੱਚ ਰੱਖਿਆ ਜਾਵੇ। ਹਰੇਕ 6 ਮਹੀਨੇ ਬਾਅਦ ਸਾਰੀ ਸਮੱਗਰੀ ਜੋ ਕਿ ਬਿਜਲੀ ਨਾਲ ਰਿਲੇਟਡ ਹੈ ਉਸ ਨੂੰ ਚੈੱਕ ਕਰਵਾ ਲੈਣਾ ਚਾਹੀਦਾ ਹੈ। ਸਟਾਫ ਮੈਂਬਰਾਂ ਨੂੰ ਉਚਿਤ ਸਿਖਲਾਈ ਦੇਣੀ ਚਾਹੀਦੀ ਹੈ ਕਿ ਕਿਵੇਂ ਇਹਨਾਂ ਦਾ ਪ੍ਰਯੋਗ ਕਰਨਾ ਹੈ। ਉਹਨਾਂ ਨੂੰ ਮਸ਼ੀਨਰੀ ਦੀ ਵੀ ਪੂਰੀ ਜਾਣਕਾਰੀ ਦੇ ਦੇਣੀ ਚਾਹੀਦੀ ਹੈ। ਮੰਨ ਲਓ ਜੇ ਖਤਰੇ ਦੀ ਪਛਾਣ ਹੋ ਗਈ ਹੈ ਤਾਂ ਤੁਰੰਤ ਪ੍ਰਬੰਧਕ ਨੂੰ ਰਿਪੋਰਟ ਕਰੋ। ਜੇਕਰ ਮਸ਼ੀਨਰੀ ਜਾਂ ਸਮੱਗਰੀ ਸੈਲੂਨ 'ਤੇ ਵਧੀਆ ਚੱਲਣ ਲਈ ਜ਼ਰੂਰੀ ਹੈ ਤਾਂ ਤੁਸੀਂ ਇਸ ਦੀ ਜਾਣਕਾਰੀ ਆਪਣੇ ਪ੍ਰਬੰਧਕ ਨੂੰ ਦਿਓ, ਕਿਉਂਕਿ ਪ੍ਰਬੰਧਕ ਇਸ ਨੂੰ ਜ਼ਰੂਰਤ ਅਨੁਸਾਰ ਮੁਰੰਮਤ ਕਰਵਾਏਗਾ ਅਤੇ ਖਰੀਦੀ ਗਈ ਮਸ਼ੀਨਰੀ ਜਾਂ ਸਮੱਗਰੀ ਨੂੰ ਬਦਲ ਦੇਵੇਗਾ। ਸਪਾਇਲੇਜ ਜਾਂ ਡੁੱਲਣਾ ਕਿਵੇਂ ਰੋਕੀਏ ਜਾਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਮਿਸ਼ਰਣ ਅਤੇ ਭਰਨ ਸਮੇਂ ਇਸ ਦਾ ਧਿਆਨ ਰੱਖੋ ਜਦੋਂ ਲੀਕੇਜ ਜਾਂ ਸਪਾਇਲੇਜ ਸਮੱਗਰੀ ਤੇਜ਼ੀ ਨਾਲ ਫੈਲਣ ਵਾਲੀ ਹੋਵੇ, ਅਪਰਦਨ ਜਾਂ ਤਕਲੀਫ ਦੇਣ ਵਾਲੀ ਹੋਵੇ। ਚੀਕਣੇ ਫਰਸ਼, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਸ ਗੱਲ ਨੂੰ ਜ਼ਰੂਰ ਯਕੀਨੀ ਬਣਾ ਲਓ ਕਿ ਕੋਈ ਵੀ ਫਰਸ਼ ਦੀ ਵਰਤੋਂ ਨਾ ਕਰੋ ਜਦੋਂ ਤੱਕ ਇਸ ਨੂੰ ਚੰਗੇ ਤਰੀਕੇ ਨਾਲ ਸਾਫ਼ ਨਾ ਕਰ ਦਿੱਤਾ ਜਾਵੇ। ਇਸ ਨੂੰ ਸਾਫ਼ ਕਰਨ ਦੇ ਲਈ ਕੋਈ ਸੰਕੇਤ ਦੇਣ ਵਾਲੀ ਚੀਜ਼ ਨੂੰ ਰਾਹ ਵਿੱਚ ਰੱਖ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਪ੍ਰਕਾਰ ਦੇ ਖਤਰੇ ਤੋਂ ਬਚਿਆ ਜਾ ਸਕੇ। ਚੌਕਸ ਕਦੋਂ ਕਰਨਾ ਹੈ? ਜਦੋਂ ਤੇਜ਼ਾਬ, ਗਰੀਸ ਜਾਂ ਪਹਿਲਾਂ ਜਿਹੇ ਪਦਾਰਥ ਡਿੱਗੇ ਹੋਣ। ਮਾਹੌਲ ਸੰਬੰਧੀ ਤੱਤ ਜਾਂ ਕਾਰਨ ਕਿ ਇਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ? ਯਕੀਨੀ ਬਣਾਓ ਕਿ ਸਟਾਫ ਮੈਂਬਰਾਂ ਦੁਆਰਾ ਰਸਾਇਣਿਕ ਉਤਪਾਦ, ਤੇਜ਼ ਸਾਧਨ, ਔਜ਼ਾਰ ਅਤੇ ਦੂਸ਼ਿਤ ਪਦਾਰਥਾਂ ਨੂੰ ਤੁਰੰਤ ਨਸ਼ਟ ਕਰਨ। ਇਸ ਤਰ੍ਹਾਂ ਕਰਨ ਨਾਲ ਦੁਰਘਟਨਾ ਦੇ ਜੋਖਮ ਨੂੰ ਕਾਬੂ ਕੀਤਾ ਜਾ ਸਕਦਾ ਹੈ। ਚੌਕਸ ਕਦੋਂ ਕਰਨਾ ਹੈ? ਜੇਕਰ ਸਟਾਫ ਖਾਸ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ, ਚਮੜੀ ਵਿੱਚ ਤੇਜ਼ ਚੀਜ਼ ਦੀ ਵਰਤੋਂ ਕਰਦੇ ਹੋਏ ਕੱਟ ਗਈ ਹੈ, ਜਦੋਂ ਦੂਸ਼ਿਤ ਪਦਾਰਥਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ
ਜਿਸ ਦੇ ਕਾਰਨ ਸਟਾਫ ਅਤੇ ਗਾਹਕਾਂ ਨੂੰ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਚਿਤ ਲਿਫਟਿੰਗ ਪ੍ਰਣਾਲੀ ਜਾਂ ਉਸਦੇ ਢੰਗ। ਇਹ ਚਾਰ ਤਰੀਕੇ ਦੇ ਹੁੰਦੇ ਹਨ: ਸਟ੍ਰੇਟ ਬੈਕ ਮੈਥਡ, ਬੈਂਟ ਨੀਜ਼, ਫ੍ਰੀ ਸਟਾਈਲ ਅਤੇ ਕਾਈਨੈਟਿਕ। ਚੀਜ਼ਾਂ ਨੂੰ ਚੱਕਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਇਸ ਉੱਤੇ ਗਰੀਸ, ਤਿੱਖੇ ਕੋਨੇ ਜਾਂ ਫਿਸਲਣ ਵਾਲਾ ਤੱਤ ਨਾ ਲੱਗਿਆ ਹੋਵੇ। ਇਸ ਨਾਲ ਚੀਜ਼ ਫਿਸਲ ਸਕਦੀ ਹੈ। ਸਰੀਰ ਅਤੇ ਪੈਰਾਂ ਦੀ ਸਥਿਤੀ ਠੀਕ ਢੰਗ ਨਾਲ ਰੱਖਣੀ ਚਾਹੀਦੀ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਇੱਕ ਸਮਾਨ ਸੰਤੁਲਨ ਕਰਦੇ ਹੋਏ ਇੱਕ ਪੈਰ ਚੀਜ਼ ਦੇ ਪਿਛਲੇ ਪਾਸੇ ਅਤੇ ਦੂਜਾ ਪੈਰ ਪਹਿਲਾਂ ਵਾਲੇ ਪੈਰਾਂ ਦੇ ਥੋੜ੍ਹਾ ਜਿਹਾ ਅੱਗੇ ਨੂੰ ਹੋਵੇ। ਭਾਰ ਦੇ ਨੇੜੇ ਨੂੰ ਝੁਕੇ ਜਾਂ ਪਿਛਲੇ ਪੱਠਿਆਂ ਦੇ ਤਣਾਅ ਨੂੰ ਘਟਾਇਆ ਜਾਵੇ। ਜਿੱਥੇ ਤੱਕ ਸੰਭਵ ਹੋਵੇ ਪਿੱਠ ਸਥਿਤੀ ਨੂੰ ਹਮੇਸ਼ਾ ਸਿੱਧਾ ਰੱਖੋ। ਕੂਲਾ ਤੋਂ ਝੁਕੋ ਅਤੇ ਪਿੱਠ ਦੇ ਵਿਚਕਾਰ ਨਾ ਝੁਕੋ। ਸਮੱਗਰੀ ਨੂੰ ਉਚਿਤ ਪਕੜ ਨਾਲ ਚੁੱਕੋ, ਪਰੰਤੂ ਉਂਗਲੀਆਂ ਦੀ ਟਿਪ ਵਾਲੀ ਪਕੜ ਦੀ ਵਰਤੋਂ ਨਾ ਕਰੋ। ਜੇਕਰ ਚੀਜ਼ਾਂ ਦੇ ਕੋਨੇ ਤਿੱਖੇ ਜਾਂ ਮੁੜੇ ਹੋਏ ਹੋਣ ਤਾਂ ਇਹਨਾਂ ਨੂੰ ਚੁੱਕਣ ਤੋਂ ਪਹਿਲਾਂ ਦਸਤਾਨੇ ਪਹਿਨਣ ਨੂੰ ਪਹਿਲ ਦਿੱਤੀ ਜਾਵੇ। ਜੇਕਰ ਕਾਈਨੈਟਿਕ ਊਰਜਾ ਦੀ ਵਰਤੋਂ ਚੀਜ਼ ਨੂੰ ਚੁੱਕਣ ਲਈ ਕਰ ਸਕਦੇ ਹੋ, ਇਸ ਲਈ ਆਪਣੀਆਂ ਲੱਤਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਫਿਰ ਸਿੱਧੀ ਸਥਿਤੀ ਵਿੱਚ ਵਾਪਸ ਆ ਸਕਦੇ ਹੋ। ਭਾਰ ਚੁੱਕਣ ਸਮੇਂ ਚੀਜ਼ ਨੂੰ ਆਪਣੇ ਸਰੀਰ ਦੇ ਨਾਲ ਲਗਾ ਕੇ ਮੁੜਨ ਤੋਂ ਪਰਹੇਜ਼ ਕਰੋ। ਲੈ ਕੇ ਜਾਣ ਦੇ ਢੰਗ। ਚੀਜ਼ਾਂ ਨੂੰ ਲੈ ਕੇ ਜਾਣ ਦੇ ਢੰਗ ਉਹਨਾਂ ਚੀਜ਼ਾਂ ਦੀ ਕਿਸਮ ਜਾਂ ਆਕਾਰ ਦੇ ਆਧਾਰ ਉੱਤੇ ਵੱਖਰੇ ਵੱਖਰੇ ਹੋ ਸਕਦੇ ਹਨ। ਇਹ ਕਾਮਿਆਂ ਦੀ ਗਿਣਤੀ ਅਤੇ ਲੈ ਕੇ ਜਾਣ ਦੀ ਦੂਰੀ ਵੀ ਨਿਰਭਰ ਕਰਦਾ ਹੈ। ਸੈਲੂਨ ਵਿੱਚ ਕੰਮ ਕਰਨ ਵਾਲਿਆਂ ਦੀ ਬਹੁਤ ਮਹੱਤਵਪੂਰਨ ਸਥਿਤੀ ਵਿੱਚ ਹੈ ਅਤੇ ਕਿਸੇ ਸਮੱਗਰੀ ਨੂੰ ਚੁੱਕਣ ਨੂੰ ਕਿਵੇਂ ਚੁੱਕਣਾ ਹੈ ਅਤੇ ਕਿਵੇਂ, ਜਿਵੇਂ ਕਿ ਸ਼ੈਂਪੂ ਦੀਆਂ ਬੋਤਲਾਂ ਦਾ ਡੱਬਾ। ਭਾਰੀ ਸਮੱਗਰੀ ਨੂੰ ਚੁੱਕਣ ਅਤੇ ਰੱਖਣ ਲਈ ਕੁਝ ਇਸ ਤਰ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੱਥਾਂ ਅਤੇ ਪੈਰਾਂ ਵਿੱਚ ਉਚਿਤ ਸੁਰੱਖਿਆ ਦੀ ਵਰਤੋਂ ਕਰੋ, ਜਿਵੇਂ ਕਿ ਦਸਤਾਨੇ ਅਤੇ ਜੁੱਤੇ। ਕਈ ਵਾਰ ਭਾਰੀ ਡੱਬੇ ਉੱਚੇ ਵੀ ਹੋ ਸਕਦੇ ਹਨ, ਜਿਸ ਦੇ ਨਾਲ ਤੁਹਾਨੂੰ ਅੱਗੇ ਦਿਖਣਾ ਬੰਦ ਹੋ ਸਕਦਾ ਹੈ। ਜਦੋਂ ਤੁਸੀਂ ਇਸ ਨੂੰ ਚੁੱਕ ਕੇ ਲੈ ਜਾਂਦੇ ਹੋ, ਇਹ ਯਕੀਨੀ ਬਣਾ ਲਓ ਕਿ ਜਦੋਂ ਵੀ ਤੁਸੀਂ ਭਾਰੀ ਚੀਜ਼ ਚੁੱਕੀ ਜਾ ਰਹੇ ਹੋ ਤਾਂ ਤੁਸੀਂ ਆਪਣਾ ਰਸਤਾ ਦੇਖਣ ਲਈ ਸਮਰੱਥ ਹੋਵੋ। ਹਮੇਸ਼ਾ ਸਾਵਧਾਨੀਆਂ ਬਣਾਏ ਰੱਖੋ, ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਪੌੜੀਆਂ ਦੇ ਉੱਪਰ ਜਾਂ ਹੇਠਾਂ ਵੱਲ ਸਮਾਨ ਚੁੱਕ ਕੇ ਲੈ ਜਾ ਰਹੇ ਹੋ। ਨਿਗਰਾਨਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਜੇਕਰ ਚੀਜ਼ ਦੇ ਆਕਾਰ ਨੂੰ ਘਟਾਇਆ ਜਾ ਸਕਦਾ ਹੈ ਤਾਂ ਇਸ ਨੂੰ ਜ਼ਰੂਰ ਘਟਾ ਕੇ ਛੋਟੇ ਆਕਾਰ ਵਿੱਚ ਲਿਆ ਕੇ ਫਿਰ ਇਸ ਨੂੰ ਚੁੱਕ ਕੇ ਲੈ ਜਾਓ। ਜੇਕਰ ਲੋੜ ਪਵੇ ਤਾਂ ਦੂਸਰੇ ਵਿਅਕਤੀ ਦੀ ਮਦਦ ਵੀ ਲੈ ਲਓ। ਰੋਗਾਣੂ ਰਹਿਤ ਕਰਨਾ। ਇਹ ਉਦੋਂ ਹੀ ਪ੍ਰਭਾਵ ਪਾਉਂਦੇ ਹਨ ਜਦੋਂ ਉਹਨਾਂ ਨੂੰ ਉਚਿਤ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਅਤੇ ਔਜ਼ਾਰਾਂ ਨੂੰ ਵੀ ਉਚਿਤ ਸਮੇਂ ਬਾਅਦ ਰੋਗਾਣੂ ਰਹਿਤ ਕਰਨਾ ਜ਼ਰੂਰੀ ਹੈ। ਪਾਣੀ ਉਬਾਲੋ ਘੱਟੋ ਘੱਟ 60 ਡਿਗਰੀ ਸੈਲਸੀਅਸ ਉੱਤੇ ਅਤੇ ਤੌਲੀਏ ਤੇ ਗਾਊਨ ਨੂੰ ਧੋਣ ਦੇ ਲਈ। ਰੋਗਾਣੂ ਰਹਿਤ ਘੋਲ, ਉਦਾਹਰਣ ਦੇ ਤੌਰ 'ਤੇ ਬਾਰਬੀਸਾਈਡ। ਬੁਰਸ਼ਾਂ ਅਤੇ ਕੰਘਿਆਂ ਨੂੰ ਗਰਮ ਪਾਣੀ ਵਿੱਚ ਧੋਵੋ ਅਤੇ ਇਹਨਾਂ ਨੂੰ ਘੋਲ ਵਿੱਚ ਘੱਟੋ ਘੱਟ 20 ਮਿੰਟ ਲਈ ਡੁਬੋ ਕੇ ਰੱਖੋ। ਪੋਚੇ ਅਤੇ ਸਪਰੇਅ ਉਪਕਰਣਾਂ ਨੂੰ ਰੋਗਾਣੂ ਰਹਿਤ ਕਿਸ ਤਰ੍ਹਾਂ ਕਰਨਾ ਹੈ? ਇਹ ਢੰਗ ਧਾਤ ਆਧਾਰਿਤ ਚੀਜ਼ਾਂ ਲਈ ਸਭ ਤੋਂ ਵਧੀਆ ਹੈ, ਉਦਾਹਰਣ ਦੇ ਤੌਰ 'ਤੇ ਕੈਂਚੀ, ਕਲਿੱਪਰਸ ਅਤੇ ਰੇਜ਼ਰ ਹੈਂਡਲਸ। ਇਸ ਨੂੰ ਅਸੀਂ ਦੋ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ: ਅਲਟਰਾਵਾਇਲਟ ਰੇਡੀਏਸ਼ਨ ਅਤੇ ਆਟੋਕਲੇਵਸ। ਅਲਟਰਾਵਾਇਲਟ ਰੇਡੀਏਸ਼ਨ ਦੇ ਵਿੱਚ ਇਹ ਸਾਰੀਆਂ ਕਿਸਮਾਂ ਦੇ ਔਜ਼ਾਰਾਂ ਨੂੰ ਰੋਗਾਣੂ ਰਹਿਤ ਕਰਨ ਲਈ ਬਹੁਤ ਉਚਿਤ ਹੁੰਦਾ ਹੈ। ਇਸ ਢੰਗ ਵਿੱਚ ਔਜ਼ਾਰਾਂ ਨੂੰ 20-30 ਮਿੰਟ ਤੱਕ ਰੌਸ਼ਨੀ ਵਿੱਚ ਰੱਖਿਆ ਜਾਂਦਾ ਹੈ। ਇਹ ਯਕੀਨੀ ਬਣਾ ਲਿਆ ਜਾਵੇ ਕਿ ਔਜ਼ਾਰਾਂ ਨੂੰ ਕੈਬਨਿਟ ਵਿੱਚ ਰੱਖਣ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਸਾਫ਼ ਹੋਣ। ਆਟੋਕਲੇਵਸ। ਇਸ ਢੰਗ ਅਨੁਸਾਰ ਔਜ਼ਾਰਾਂ ਨੂੰ 20 ਮਿੰਟ ਤੱਕ ਆਟੋਕਲੇਵ ਵਿੱਚ ਰੱਖਿਆ ਜਾਂਦਾ ਹੈ। ਇਸ ਨਾਲ ਰੋਗਾਣੂ ਰਹਿਤ ਹੋ ਜਾਂਦੇ ਹਨ। ਬੁਰਸ਼ ਅਤੇ ਕੰਘਿਆਂ ਨੂੰ ਗਰਮ ਪਾਣੀ ਵਿੱਚ ਧੋਣਾ ਅਤੇ ਘੋਲ ਵਿੱਚ ਘੱਟੋ ਘੱਟ 20 ਮਿੰਟ ਤੱਕ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਇਹਨਾਂ ਤੋਂ ਗਰੀਸ ਅਤੇ ਹੋਰ ਉਤਪਾਦ ਹਟਾਏ ਜਾ ਸਕਣ। ਫਸਟ ਏਡ। ਮੁੱਢਲੀਆਂ ਹਦਾਇਤਾਂ। ਮੁੱਢਲੀ ਹਦਾਇਤਾਂ ਅਨੁਸਾਰ ਵਿਅਕਤੀ ਨੂੰ ਇਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਉਸਨੂੰ ਡਾਕਟਰ ਆਉਣ ਤੋਂ ਪਹਿਲਾਂ ਜਾਂ ਕਿਸੇ ਮੈਡੀਕਲ ਸਹਾਇਤਾ ਤੋਂ ਪਹਿਲਾਂ ਅਸੀਂ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਜਿਸ ਦੇ ਸੱਟ ਲੱਗੀ ਹੋਵੇ ਜਾਂ ਬਿਮਾਰ ਹੋਵੇ, ਇਹ ਆਮ ਤੌਰ 'ਤੇ ਕਿਸੇ ਮੈਡੀਕਲ ਸਹਾਇਤਾ ਪਹੁੰਚਣ ਤੋਂ ਪਹਿਲਾਂ ਅਸੀਂ ਦੇ ਸਕਦੇ ਹਾਂ।
ਜੇਕਰ ਦੁਰਘਟਨਾ ਵਾਲੀ ਥਾਂ 'ਤੇ ਮੌਜੂਦ ਹਾਂ ਤਾਂ ਮੈਡੀਕਲ ਆਪਾਤਕਾਲ ਦੇ ਦੌਰਾਨ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਸ਼ਾਂਤ ਰਹੋ, ਸਹਾਇਤਾ ਦੀ ਭਾਲ ਕਰਦੇ ਰਹੋ। ਇਹ ਭਾਲ ਤੁਸੀਂ ਜ਼ਖਮੀ ਅਤੇ ਆਪਣੇ ਆਪ ਲਈ ਕਰੋ। ਇਹ ਫੈਸਲਾ ਕਰੋ ਕਿ ਆਪਾਤਕਾਲ ਮਦਦ ਨੂੰ ਬੁਲਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਲੋਕਾਂ ਨੂੰ ਸੁਣੋ ਅਤੇ ਉਹਨਾਂ ਨੂੰ ਸ਼ਾਂਤੀ ਨਾਲ ਗੱਲ ਕਰੋ। ਵਿਅਕਤੀ ਨੂੰ ਕੰਬਲ ਨਾਲ ਗਰਮ ਰੱਖੋ, ਪਰੰਤੂ ਉਸਨੂੰ ਬਹੁਤ ਜ਼ਿਆਦਾ ਕੰਬਲ ਨਾ ਦਿਓ। ਬੇਹੋਸ਼ੀ ਲਈ ਮੁੱਢਲੀ ਸਹਾਇਤਾ। ਬੇਹੋਸ਼ੀ ਆਰਜੀ ਤੌਰ 'ਤੇ ਹੋਸ਼ ਖੋਣ ਨੂੰ ਕਹਿੰਦੇ ਹਨ। ਇਹ ਦਿਮਾਗ ਨੂੰ ਘੱਟ ਖੂਨ ਪਹੁੰਚਣ ਦੇ ਕਾਰਨ ਹੁੰਦੀ ਹੈ। ਇਲਾਜ: ਗਾਹਕ ਨੂੰ ਹੇਠਾਂ ਲਿਟਾ ਦਿਓ, ਉਸ ਦੀਆਂ ਲੱਤਾਂ ਉੱਪਰ ਨੂੰ ਚੁੱਕੋ ਤਾਂ ਕਿ ਖੂਨ ਉਸ ਦੇ ਦਿਮਾਗ ਤੱਕ ਪਹੁੰਚ ਜਾਵੇ। ਫਿਰ ਉਸ ਨੂੰ ਮੁੜ ਉਹੀ ਹਾਲਾਤ ਵਿੱਚ ਆਉਣ ਦੀ ਸਥਿਤੀ ਵਿੱਚ ਰੱਖੋ, ਪਰ ਇਹ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਸ ਨੂੰ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੋਵੇ। ਜੇਕਰ ਗਾਹਕ ਕੇਵਲ ਬੇਹੋਸ਼ੀ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਹੇਠਾਂ ਬਿਠਾ ਦਿਓ ਅਤੇ ਉਸ ਨੂੰ ਅੱਗੇ ਵੱਲ ਨੂੰ ਝੁਕਣ ਵਿੱਚ ਉਸ ਦੀ ਸਹਾਇਤਾ ਕਰੋ, ਪਰ ਇਸ ਸਥਿਤੀ ਵਿੱਚ ਉਸ ਦਾ ਸਿਰ ਉਸ ਦੇ ਗੋਡਿਆਂ ਵਿਚਕਾਰ ਹੋਣਾ ਚਾਹੀਦਾ ਹੈ। ਕੱਸੇ ਹੋਏ ਕੱਪੜਿਆਂ ਨੂੰ ਢਿੱਲਾ ਕਰੋ, ਗਰਮ ਰੱਖੋ ਅਤੇ ਤਾਜ਼ੀ ਹਵਾ ਦੀ ਪੂਰਤੀ ਕਰੋ। ਜਲਣਾ ਅਤੇ ਜਲਣ ਦੇ ਦਾਗ। ਇਹ ਟਿਸ਼ੂਆਂ ਨੂੰ ਨੁਕਸਾਨ ਦੇਣ ਵਾਲੀ ਸਭ ਤੋਂ ਵੱਡੀ ਗੱਲ ਹੋ ਜਾਂਦੀ ਹੈ। ਬਰਨਸ ਸੁੱਕੀ ਹੀਟ ਕਾਰਨ ਹੁੰਦੇ ਹਨ ਅਤੇ ਸਕਾਲਸ ਗਿੱਲੀ ਹੀਟ ਕਾਰਨ ਹੁੰਦੇ ਹਨ। ਉੱਪਰੀ ਜਲਣ ਕਾਰਨ ਲਾਲੀ, ਸੋਜਨ ਅਤੇ ਚਮੜੀ ਦੀ ਬਾਹਰੀ ਪਰਤ ਵਿੱਚ ਵੀ ਪੀੜਾ ਹੁੰਦੀ ਹੈ। ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ? ਤੁਰੰਤ ਜਲੇ ਹੋਏ ਖੇਤਰ ਨੂੰ ਠੰਡਾ ਕਰੋ। ਇਸ ਲਈ ਉਸ ਖੇਤਰ ਨੂੰ ਪਾਣੀ ਵਿੱਚ ਡੁਬੋਇਆ ਜਾਵੇ ਜਾਂ ਫਿਰ ਉਸ ਹਿੱਸੇ ਨੂੰ ਚਲਦੇ ਪਾਣੀ ਅੱਗੇ ਕਰ ਦਿੱਤਾ ਜਾਵੇ। ਉਸ ਖੇਤਰ ਨੂੰ ਜੀਵਾਣੂ ਰਹਿਤ ਪੱਟੀ ਨਾਲ ਬੰਨ੍ਹੋ। ਜੇਕਰ ਗੰਭੀਰ ਤਰੀਕੇ ਨਾਲ ਜਲ ਗਿਆ ਹੋਵੇ ਤਾਂ ਮੈਡੀਕਲ ਸਹਾਇਤਾ ਨੂੰ ਧਿਆਨ ਵਿੱਚ ਲੈ ਕੇ ਆਓ। ਹਮੇਸ਼ਾ ਹੀ ਮੂੰਦੀਆਂ, ਘੜੀਆਂ ਜਾਂ ਸੁੰਗੜਨ ਵਾਲੇ ਕੱਪੜਿਆਂ ਨੂੰ ਸੱਟ ਵਾਲੀ ਹਿੱਸੇ ਤੋਂ ਹਟਾ ਦਿਓ। ਇਹ ਸਭ ਕੁਝ ਸੋਜਨ ਹੋਣ ਤੋਂ ਪਹਿਲਾਂ ਕਰੋ। ਬਿਜਲੀ ਦੇ ਝਟਕੇ। ਬਿਜਲੀ ਦੇ ਝਟਕੇ ਬਿਜਲੀ ਦੀਆਂ ਸਵਿੱਚਾਂ ਦੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਕਈ ਵਾਰ ਗਿੱਲਾ ਹੱਥ ਲੱਗ ਜਾਂਦਾ ਹੈ ਜਾਂ ਕਈ ਵਾਰ ਕੋਈ ਤਾਰ ਸ਼ਾਰਟ ਸਰਕਟ ਕਰ ਜਾਂਦੀ ਹੈ। ਕਿਸੇ ਵੀ ਵਿਅਕਤੀ ਨੂੰ ਬਿਜਲੀ ਦੇ ਯੰਤਰਾਂ ਨੂੰ ਗਿੱਲੇ ਹੱਥਾਂ ਨਾਲ ਨਹੀਂ ਹੈਂਡਲ ਕਰ ਦੇਣਾ ਚਾਹੀਦਾ। ਇਸ ਦੇ ਨਾਲ ਚੋਟ ਲੱਗਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ? ਮੁੱਖ ਕਰੰਟ ਵਾਲੀ ਸਵਿੱਚ ਨੂੰ ਬੰਦ ਕਰੋ ਜਾਂ ਯੰਤਰ ਦਾ ਪਲੱਗ ਕੱਢ ਦਿਓ। ਜੇਕਰ ਸਵਿੱਚ ਬੰਦ ਕਰਨ ਜਾਂ ਪਲੱਗ ਕੱਢਣਾ ਸੰਭਵ ਨਾ ਹੋਵੇ ਤਾਂ ਕਿਸੇ ਵੀ ਰੁਕਾਵਟ ਪਾਉਣ ਵਾਲੇ ਇਨਸੂਲੇਟਰ 'ਤੇ ਖੜ੍ਹੇ ਹੋ ਜਾਓ, ਜਿਵੇਂ ਕੱਪੜਾ, ਪੇਪਰ, ਰਬੜ, ਮੈਟ ਜਾਂ ਲੱਕੜ ਦੇ ਝਾੜੂ ਦੀ ਵਰਤੋਂ ਕਰੋ। ਜੇਕਰ ਸਾਹ ਦੀ ਕਿਰਿਆ ਆਮ ਹੈ ਤਾਂ ਗਾਹਕ ਨੂੰ ਫੇਰ ਪ੍ਰਾਪਤੀ ਤੰਦਰੁਸਤੀ ਦੀ ਪ੍ਰਾਪਤੀ ਵਾਲੀ ਸਥਿਤੀ ਵਿੱਚ ਰੱਖੋ। ਗਾਹਕ ਨੂੰ ਮੈਡੀਕਲ ਮਦਦ ਲਈ ਭੇਜੋ ਅਤੇ ਝਟਕੇ ਦਾ ਇਲਾਜ ਕਰਵਾਓ। ਕੱਟ ਅਤੇ ਜ਼ਖਮ। ਕੱਟ ਚਮੜੀ ਨੂੰ ਫੱਟ ਲੱਗਣ ਬਾਰੇ ਦੱਸਦਾ ਹੈ। ਇਸ ਨਾਲ ਖੂਨ ਵਗਦਾ ਹੈ ਅਤੇ ਕੀਟਾਣੂ ਜਾਂ ਬੈਕਟੀਰੀਆ ਚਮੜੀ ਦੇ ਅੰਦਰ ਆ ਜਾ ਸਕਦੇ ਹਨ ਅਤੇ ਇਹ ਦੂਸ਼ਣ ਦਾ ਕਾਰਨ ਬਣਦਾ ਹੈ। ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਛੋਟੇ ਜਿਹੇ ਕੱਟ ਲਈ ਕੱਟ ਨਾਲ ਪ੍ਰਭਾਵਿਤ ਹਿੱਸੇ ਨੂੰ ਗਰਮ ਪਾਣੀ ਅਤੇ ਹਲਕੇ ਰੋਗਾਣੂ ਰੋਧਕ ਨਾਲ ਧੋਵੋ। ਜੀਵਾਣੂ ਰਹਿਤ ਸੁੱਕੇ ਪੈਡ ਨੂੰ ਹਲਕੇ ਦਬਾਅ ਨਾਲ ਕੱਟ ਵਾਲੀ ਜਗ੍ਹਾ 'ਤੇ 2 ਤੋਂ 4 ਮਿੰਟ ਲਈ ਲਗਾਓ। ਇਸ ਨਾਲ ਖੂਨ ਦਾ ਵਗਣਾ ਬੰਦ ਹੋ ਜਾਂਦਾ ਹੈ। ਸਾਫ਼ ਚਿਪਕਣ ਵਾਲੀ ਪੱਟੀ ਲਗਾਓ। ਡੂੰਘੇ ਗਹਿਰੇ ਸੱਟ ਲਈ ਮੈਡੀਕਲ ਸਹਾਇਤਾ ਲਈ ਜਾਓ ਅਤੇ ਖੂਨ ਨੂੰ ਵਗਣ ਤੋਂ ਰੋਕਣ ਲਈ ਕੱਟ ਦੇ ਕਿਸੇ ਵੀ ਪਾਸੇ ਦਬਾਅ ਦੀ ਵਰਤੋਂ ਕਰੋ ਅਤੇ ਇਸ ਨੂੰ ਸੁੱਕੀ ਪੱਟੀ ਦੇ ਨਾਲ ਢੱਕੋ ਜਦੋਂ ਤੱਕ ਖੂਨ ਦਾ ਵਗਣਾ ਨਾ ਰੁਕ ਜਾਵੇ। ਜੇ ਸੰਭਵ ਹੋ ਸਕੇ ਤਾਂ ਘੱਟ ਨਸ਼ਟ ਕੀਤੇ ਜਾਣ ਵਾਲੇ ਪਲਾਸਟਿਕ ਦੇ ਦਸਤਾਨਿਆਂ ਦੀ ਵਰਤੋਂ ਕਰੋ। ਸੈਸ਼ਨ 2: ਟੈਲੀਫੋਨ ਉੱਤੇ ਸੰਚਾਰ। ਸੰਚਾਰ ਕੀ ਹੈ? ਸੰਚਾਰ ਬੋਲ ਕੇ, ਲਿਖ ਕੇ ਜਾਂ ਵਿਅਕਤਗਤ ਕਰਕੇ ਸੰਦੇਸ਼ਾਂ ਦੇ ਭੇਜਣ ਨੂੰ ਕਿਹਾ ਜਾਂਦਾ ਹੈ। ਸੰਚਾਰ ਦੇ ਭਾਗ ਕੁਝ ਇਸ ਤਰ੍ਹਾਂ ਹਨ: ਭੇਜਣ ਵਾਲਾ, ਚੈਨਲ, ਪ੍ਰਾਪਤ ਕਰਨ ਵਾਲਾ, ਪ੍ਰਤਿਪੁਸ਼ਟੀ। ਕਮਿਊਨੀਕੇਸ਼ਨ ਦੇ ਚੈਨਲ ਕਿਹੜੇ-ਕਿਹੜੇ ਹੋ ਸਕਦੇ ਹਨ? ਲਿਖ ਕੇ, ਬੋਲ ਕੇ ਜਾਂ ਅਸੀਂ ਉਸ ਨੂੰ ਇਸ਼ਾਰੇ ਦੇ ਨਾਲ ਵੀ ਕਰ ਸਕਦੇ ਹਾਂ। ਲਿਖ ਕੇ ਦੇ ਵਿੱਚ ਈਮੇਲਾਂ, ਪੱਤਰ, ਮੀਮੋ, ਰਿਪੋਰਟ, ਫੈਕਸ, ਪ੍ਰਕਾਸ਼ਨ ਆਦਿ ਸ਼ਾਮਲ ਹਨ।
ਜ਼ਬਾਨੀ ਦੇ ਵਿੱਚ ਆਮੋ ਸਾਹਮਣੇ ਦੀਆਂ ਮੀਟਿੰਗਾਂ, ਟੈਲੀਫੋਨ, ਵੀਡੀਓ ਵਾਰਤਾਲਾਪ ਜਾਂ ਪ੍ਰਸਤੁਤੀਕਰਨ ਹੋ ਸਕਦਾ ਹੈ। ਗੈਰ ਜ਼ਬਾਨੀ ਸੰਚਾਰ ਉਹ ਸੰਚਾਰ ਹੈ ਜੋ ਕਿ ਚਿਹਰੇ ਦੇ ਹਾਵ ਭਾਵ, ਸਰੀਰਕ ਭਾਸ਼ਾ, ਅੱਖਾਂ ਦਾ ਸੰਪਰਕ, ਇਸ਼ਾਰੇ ਜਾਂ ਕਿਸੇ ਹੋਰ ਮਾਧਿਅਮ ਦੁਆਰਾ ਭੇਜਿਆ ਜਾਂਦਾ ਹੈ, ਪਰ ਇਸ ਵਿੱਚ ਬੋਲਣਾ ਤੇ ਲਿਖਣਾ ਸ਼ਾਮਿਲ ਨਹੀਂ ਹੁੰਦੇ। ਇਸ ਨੂੰ ਗੈਰ ਜ਼ਬਾਨੀ ਸੰਚਾਰ ਕਿਹਾ ਜਾਂਦਾ ਹੈ। ਸੰਚਾਰ ਵਿੱਚ ਰੁਕਾਵਟਾਂ। ਵਰਗ ਵਿਸ਼ੇਸ਼ ਦੀ ਬੋਲੀ ਜਾਂ ਸ਼ਬਦਾਵਲੀ ਦੀ ਵਰਤੋਂ, ਗੁੰਝਲਦਾਰ, ਨਾ ਜਾਣੂ ਜਾਂ ਨਾ ਵਾਕਿਫ ਸ਼ਬਦਾਂ ਦੀ ਵਰਤੋਂ ਕਰਨਾ, ਧਿਆਨ ਦੀ ਕਮੀ, ਘੱਟ ਦਿਲਚਸਪੀ ਜਾਂ ਧਿਆਨ ਹੋਰ ਪਾਸੇ ਲੈ ਜਾਣ ਦੇ ਨਾਲ ਵੀ ਬੇਮਤਲਬ ਦਾ ਸੰਦੇਸ਼ ਬਣ ਜਾਂਦਾ ਹੈ। ਭਾਸ਼ਾਵਾਂ ਵਿੱਚ ਵਖਰੇਵਾਂ, ਸੰਦੇਸ਼ ਅਤੇ ਭਾਸ਼ਾ ਨੂੰ ਸਮਝਣ ਦੇ ਯੋਗ ਨਾ ਹੋਣਾ, ਵਿਚਾਰਧਾਰਾ ਦੇ ਨਾਲ ਨਾਲ ਸੰਕਲਪ ਜਾਂ ਧਾਰਨਾ ਵਿੱਚ ਵਖਰੇਵਾਂ, ਖਰਾਬ ਸੁਣਨਾ ਅਤੇ ਸਰੀਰਕ ਅਯੋਗਤਾਵਾਂ ਜਿਵੇਂ ਸੁਣਨ ਵਿੱਚ ਸਮੱਸਿਆ, ਮੁਸ਼ਕਿਲਾਂ, ਸੱਭਿਅਤਾ ਵਿੱਚ ਵਖਰੇਵਾਂ, ਭਾਵਨਾਤਮਕ ਰੁਕਾਵਟਾਂ। ਟੈਲੀਫੋਨ 'ਤੇ ਗੱਲ ਕਰਦੇ ਸਮੇਂ ਸ਼ਿਸ਼ਟਾਚਾਰ। ਜਦੋਂ ਵੀ ਟੈਲੀਫੋਨ 'ਤੇ ਜਵਾਬ ਦੇਣਾ ਜਾਂ ਕਾਲਰ ਦਾ ਦੋਸਤਾਨਾ ਅਤੇ ਮਿਲਣਸਾਰ ਤਰੀਕੇ ਨਾਲ ਸਵਾਗਤ ਕਰਨਾ। ਇਸ ਸਮੇਂ ਆਪਣੇ ਆਪ ਦੀ ਪਹਿਚਾਣ ਕਰਵਾਓ, ਫਿਰ ਥੋੜ੍ਹਾ ਜਿਹਾ ਆਪਣੇ ਪੇਸ਼ੇ ਬਾਰੇ ਵੀ ਦੱਸੋ। ਉਦਾਹਰਨ ਦੇ ਤੌਰ 'ਤੇ, ਨਮਸਕਾਰ, XY ਬਿਊਟੀ ਅਤੇ ਹੈਲਥ ਸੈਲੂਨ ਤੋਂ ਮਾਰੀਆ ਬੋਲ ਰਹੀ ਹਾਂ। ਮੈਂ ਤੁਹਾਡੀ ਕਿਸ ਤਰ੍ਹਾਂ ਸਹਾਇਤਾ ਕਰ ਸਕਦੀ ਹਾਂ। ਸੁੰਦਰਤਾ ਸਲਾਹਕਾਰ ਨੂੰ ਸਪਸ਼ਟ ਬੋਲਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨਾ ਹੋਵੇ ਅਤੇ ਕਾਲਰ ਨੂੰ ਉਸਦੇ ਨਾਮ ਦੁਆਰਾ ਹੀ ਬੁਲਾਇਆ ਜਾਵੇ। ਕਾਲਰ ਦੇ ਦ੍ਰਿਸ਼ਟੀਕੋਣ ਸੁਣੋ ਅਤੇ ਉਹਨਾਂ ਦਾ ਆਦਰ ਕਰੋ। ਪੁੱਛਗਿੱਛ, ਬੁਕਿੰਗ ਅਤੇ ਇੱਕ ਵਧੀਆ ਅਤੇ ਦਿਲਚਸਪ ਤਰੀਕੇ ਨਾਲ ਹੋਣੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਸਾਰੀ ਸੂਚਨਾ ਗਾਹਕ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਬੁਕਿੰਗ ਉਸਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਜੇਕਰ ਗਾਹਕ ਦੀ ਪੁੱਛਗਿੱਛ ਦਾ ਜਵਾਬ ਤੁਰੰਤ ਨਹੀਂ ਦਿੱਤਾ ਜਾ ਸਕਦਾ ਤਾਂ ਥੋੜ੍ਹੇ ਸਮੇਂ ਦੀ ਨਿਮਰਤਾਪੂਰਵਕ ਤਰੀਕੇ ਨਾਲ ਮੰਗ ਕਰੋ ਅਤੇ ਸਟਾਫ ਦੇ ਹੋਰ ਮੈਂਬਰਾਂ ਦੀ ਮਦਦ ਲਓ ਜੋ ਕਿ ਉਸਦੀ ਪੁੱਛਗਿੱਛ ਦਾ ਉੱਤਰ ਦਾ ਜਵਾਬ ਦੇਣ ਯੋਗ ਹੋਵੇ। ਜਦੋਂ ਗਾਹਕ ਨਾਲ ਫੋਨ 'ਤੇ ਗੱਲ ਕਰਦੇ ਹੋ ਤਾਂ ਨੋਟ ਵੀ ਤਿਆਰ ਰੱਖੋ। ਮਿਲਣ ਲਈ ਸਮਾਂ ਬੁੱਕ ਕਰਨਾ। ਸੈਲੂਨ ਦੇ ਕਰਮਚਾਰੀਆਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਆਪਣੇ ਗਾਹਕਾਂ ਨੂੰ ਮਿਲਣ ਦਾ ਸਮਾਂ ਕਿਵੇਂ ਬੁੱਕ ਕਰਨਾ ਹੈ। ਚਿਕਿਤਸਕ ਦੇ ਸਮੇਂ ਦੀ ਵਰਤੋਂ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਿਸਟਮ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਇਲਾਜ ਦੀ ਬੁਕਿੰਗ ਕੀਤੀ ਜਾਵੇ। ਬਿੱਲ, ਕਰ ਅਤੇ ਬਹੀ ਖਾਤਾ। ਇਹ ਸਾਡਾ ਅੱਜ ਦਾ ਤੀਜਾ ਸੈਸ਼ਨ ਹੈ। ਬਿੱਲ ਕੀ ਹੈ? ਇੱਕ ਦਸਤਾਵੇਜ਼ ਜੋ ਵੇਚਣ ਵਾਲੇ ਵੱਲੋਂ ਖਰੀਦਦਾਰ ਨੂੰ ਭੇਜਿਆ ਜਾਂਦਾ ਹੈ, ਉਸ ਨੂੰ ਬਿੱਲ ਕਹਿੰਦੇ ਹਨ। ਬਿੱਲ ਵਿਕਰੀ ਦੇ ਵਿਸਤਾਰ ਅਤੇ ਵਸੂਲੀ ਗਈ ਰਾਸ਼ੀ ਦੇ ਨਾਲ ਨਾਲ ਵਿਕਰੀ ਦੀਆਂ ਸ਼ਰਤਾਂ ਦੇ ਰੂਪ ਰੇਖਾ ਵੀ ਦੱਸਦਾ ਹੈ। ਇਹ ਇਸ ਤਰ੍ਹਾਂ ਹਨ। ਤੁਹਾਡੇ ਲਈ ਇੱਕ ਆਰਡਰ ਨੰਬਰ ਹੁੰਦਾ ਹੈ। ਇਸ ਨਾਲ ਤੁਸੀਂ ਪ੍ਰਾਪਤ ਵਸਤੂਆਂ ਨੂੰ ਦੂਜੇ ਫਾਰਮ ਨਾਲ ਮਿਲਾ ਕੇ ਦੇਖ ਸਕਦੇ ਹੋ। ਅਦਾਇਗੀ ਦੀਆਂ ਸ਼ਰਤਾਂ, ਉਦਾਹਰਨ ਦੇ ਤੌਰ 'ਤੇ ਤੁਰੰਤ ਭੁਗਤਾਨ ਕਰਨ ਅਤੇ ਛੋਟ ਜਾਂ ਅਦਾ ਕਰਨ ਲਈ ਸਮੇਂ ਦੀ ਲੰਬਾਈ। ਢੁਆਈ, ਜੋ ਕਿ ਵਸਤੂਆਂ ਦੀ ਪਹੁੰਚਾਉਣ ਦੀ ਲਾਗਤ ਹੁੰਦੀ ਹੈ। ਇਹ ਕਦੀ-ਕਦਾਈਂ ਪੂਰਤੀਕਾਰ ਦੁਆਰਾ ਅਦਾ ਕੀਤੀ ਜਾਂਦੀ ਹੈ ਅਤੇ ਆਰਡਰ ਇੱਕ ਨਿਸ਼ਚਿਤ ਰਾਸ਼ੀ ਤੋਂ ਉੱਪਰ ਹੋਵੇ ਅਤੇ ਇਸ ਨੂੰ ਸ਼ਬਦਾਂ ਨਾਲ ਸੰਕੇਤਕ ਕੀਤਾ ਜਾਵੇਗਾ। ਢੁਆਈ ਅਦਾ ਆਰਡਰ ਵਿੱਚ ਗਲਤੀਆਂ ਜਾਂ ਭੁੱਲਾਂ ਜੋ ਕਿ ਠੀਕ ਸਹੀ ਕੀਤੀਆਂ ਜਾਣਗੀਆਂ। ਵੈਟ ਦਾ ਰਜਿਸਟ੍ਰੇਸ਼ਨ ਨੰਬਰ। ਬਿੱਲ ਨੰਬਰ ਪੂਰਤੀਕਾਰ ਨੂੰ ਬਿੱਲ ਤੁਰੰਤ ਪਛਾਣਨ ਦੀ ਆਗਿਆ ਦਿੰਦਾ ਹੈ। ਕ੍ਰੈਡਿਟ ਨੋਟ। ਪੂਰਤੀਕਾਰ ਕ੍ਰੈਡਿਟ ਨੋਟ ਵੀ ਭੇਜ ਸਕਦੇ ਹਨ ਜੇਕਰ ਬਿੱਲ ਦੀ ਕੀਮਤ ਘਟਾ ਦਿੱਤੀ ਗਈ ਹੋਵੇ ਜਾਂ ਘਟਾਉਣੀ ਪੈਂਦੀ ਹੋਵੇ ਕਿਉਂਕਿ ਬਿੱਲ ਉੱਤੇ ਗਲਤੀ ਨਾਲ ਲਿਖਿਆ ਜਾ ਚੁੱਕਿਆ ਹੈ। ਖਰਾਬ ਜਾਂ ਅਪੂਰਣ ਵਸਤੂਆਂ ਵਾਪਸ ਆ ਗਈਆਂ ਹਨ। ਗਲਤ ਵਸਤੂਆਂ ਭੇਜ ਦਿੱਤੀਆਂ ਗਈਆਂ ਹਨ। ਆਰਡਰ ਪੂਰਾ ਨਹੀਂ ਹੈ। ਇਹ ਨੋਟ ਆਮ ਤੌਰ 'ਤੇ ਲਾਲ ਰੰਗ ਵਿੱਚ ਪ੍ਰਿੰਟ ਕੀਤੇ ਜਾਂਦੇ ਹਨ ਤਾਂ ਕਿ ਇਹਨਾਂ ਨੂੰ ਦੇਖਣ ਵਿੱਚ ਆਸਾਨੀ ਹੋ ਸਕੇ।
ਡੈਬਿਟ ਨੋਟ। ਪੂਰਤੀਕਾਰ ਡੈਬਿਟ ਨੋਟ ਵੀ ਭੇਜ ਸਕਦਾ ਹੈ ਜੇਕਰ ਕੀਮਤ ਵਧਾਉਣੀ ਪੈ ਰਹੀ ਹੈ ਕਿਉਂਕਿ ਬਿੱਲ ਉੱਤੇ ਗਲਤੀ ਨਾਲ ਰੇਟ ਘੱਟ ਲਿਖਿਆ ਗਿਆ ਹੈ। ਜਿੰਨੀਆਂ ਵਸਤੂਆਂ ਦਾ ਆਰਡਰ ਕੀਤਾ ਸੀ ਉਸ ਤੋਂ ਵੱਧ ਵਸਤੂਆਂ ਭੇਜੀਆਂ ਗਈਆਂ ਹਨ। ਟੈਕਸ ਕੀ ਹੈ? ਕਰ ਦੀ ਅਦਾ ਇਸ ਤਰ੍ਹਾਂ ਵਿਆਖਿਆ ਕੀਤੀ ਜਾ ਸਕਦੀ ਹੈ ਜੋ ਕਿ ਫੀਸ ਸਰਕਾਰ ਦੁਆਰਾ ਆਮਦਨ ਅਤੇ ਇੱਕ ਕਿਰਿਆ ਜਾਂ ਵਿਅਕਤੀਆਂ ਦੇ ਸੰਸਥਾਵਾਂ ਦੇ ਉਤਪਾਦਨ 'ਤੇ ਲਗਾਈ ਜਾਂਦੀ ਹੈ। ਇਹਨਾਂ ਦੀ ਅਦਾਇਗੀ ਵੱਖਰੇ ਵੱਖਰੇ ਤਰੀਕਿਆਂ ਨਾਲ ਹੁੰਦੀ ਹੈ, ਜਿਵੇਂ ਕਿ ਵਿਅਕਤੀਗਤ ਕਮਾਈ ਉੱਤੇ ਕਰ, ਵਪਾਰੀ ਜਾਂ ਸਾਂਝੇਦਾਰੀ ਦੇ ਲਾਭਾਂ ਉੱਤੇ ਕਰ, ਇੱਕ ਲਿਮਟਿਡ ਕੰਪਨੀ ਦੇ ਲਾਭਾਂ ਉੱਤੇ ਸੰਸਥਾ ਕਰ, ਇੱਕ ਲਿਮਟਿਡ ਕੰਪਨੀ ਦਾ ਡਾਇਰੈਕਟਰ ਆਪਣੀ ਤਨਖਾਹ ਉੱਤੇ ਅਤੇ ਕਿਸੇ ਵੀ ਕਿਸਮ ਦੇ ਪੈਸੇ ਉੱਤੇ ਜੋ ਕੰਪਨੀ ਵਿੱਚ ਕਢਵਾਇਆ ਗਿਆ ਹੈ। ਆਮਦਨ ਅਦਾ ਕਰਦਾ ਹੈ। ਮੁੱਲ ਜੋੜੇ ਟੈਕਸ ਕਰ, ਜਿਸਨੂੰ ਅਸੀਂ ਵੈਟ ਵੀ ਕਹਿੰਦੇ ਹਾਂ। ਰਾਸ਼ਟਰੀ ਬੀਮਾ। ਕਰ ਨੂੰ ਕਿਸ ਤਰ੍ਹਾਂ ਅਸੀਂ ਕੈਲਕੂਲੇਟ ਕਰ ਸਕਦੇ ਹਾਂ? ਮੰਨ ਲਓ ਸ਼੍ਰੀਮਾਨ ਵਾਈ ਦੀ ਸਾਲਾਨਾ ਆਮਦਨ 60,000 ਰੁਪਏ ਹੈ। 50,000 ਰੁਪਏ ਤੋਂ 50,000 ਰੁਪਏ ਤੱਕ ਕਰ ਦੀ ਕੀਮਤ 0 ਹੁੰਦੀ ਹੈ। ਸੋ 50,001 ਰੁਪਏ ਤੋਂ ਲੈ ਕੇ 60,000 ਰੁਪਏ ਤੱਕ 10% ਹੁੰਦਾ ਹੈ, ਜਿਸ ਦਾ ਕਿ ਮਿਸਟਰ ਵਾਈ ਨੂੰ ਕਰ ਚੁਕਾਉਣਾ ਪਵੇਗਾ। ਵੈਟ ਕੀ ਹੁੰਦਾ ਹੈ? ਮੁੱਲ ਜੋੜੇ ਟੈਕਸ। ਮੁੱਲ ਜੋੜੇ ਟੈਕਸ ਜ਼ਿਆਦਾਤਰ ਵਪਾਰਕ ਲੈਣ ਦੇਣ ਮਾਮਲਿਆਂ 'ਤੇ ਲੱਗਦਾ ਹੈ। ਵਪਾਰਕ ਮਾਮਲੇ ਜੋ ਵੈਟ ਦੇਣ ਦੇ ਯੋਗ ਹੁੰਦੇ ਹਨ ਉਹਨਾਂ ਨੂੰ ਕਰ ਦੇਣ ਯੋਗ ਪੂਰਤੀਆਂ ਕਿਹਾ ਜਾਂਦਾ ਹੈ। ਇੱਕ ਸੈਲੂਨ ਮਾਲਕ ਵੈਟ ਹੇਠ ਲਿਖਿਆਂ 'ਤੇ ਲਗਾਏਗਾ: ਸੇਵਾਵਾਂ ਪ੍ਰਦਾਨ ਕਰਨ 'ਤੇ, ਉਤਪਾਦਾਂ ਦੀ ਵਿਕਰੀ ਉੱਤੇ। ਵੈਟ ਦਾ ਹਿਸਾਬ ਕਿਸ ਤਰ੍ਹਾਂ ਲਗਾਈਏ? ਵੈਟ ਦਾ ਹਿਸਾਬ ਲਗਾਉਣ ਲਈ ਸਧਾਰਨ ਫਾਰਮੂਲਾ ਹੈ: ਵੈਟ ਬਰਾਬਰ ਹੈ ਉਤਪਾਦਨ ਕਰ ਘਟਾਓ ਨਿਵੇਸ਼ ਕਰ। ਇਹ ਉਦਾਹਰਨ ਦੇ ਤੌਰ 'ਤੇ ਮੰਨ ਲਓ ਸੇਵਾਵਾਂ ਦੀ ਕੀਮਤ 100 ਰੁਪਏ ਹੈ। ਵੈਟ ਰੇਟ 12.5% ਹੈ। ਨਿਵੇਸ਼ ਵੈਟ 12.50 ਰੁਪਏ ਹੈ। ਹੁਣ ਅਸੀਂ ਇਹ ਦੇਖਾਂਗੇ ਕਿ ਇਹ ਉਸ ਰਾਸ਼ੀ ਦਾ ਹਵਾਲਾ ਦਿੰਦਾ ਹੈ ਜੋ ਵਿਕਰੇਤਾ ਦੁਆਰਾ ਅੰਤਿਮ ਉਤਪਾਦ ਨੂੰ ਵੇਚਣ 'ਤੇ ਪ੍ਰਾਪਤ ਹੁੰਦੀ ਹੈ। ਇਹ ਵਿਕਰੀ ਲਾਗਤ ਦਾ ਕੁਝ ਪ੍ਰਤੀਸ਼ਤ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਵਿਕਰੀ ਲਾਗਤ 200 ਰੁਪਏ ਹੈ। ਉਤਪਾਦਨ ਕਰ 25 ਰੁਪਏ ਹੈ। ਅਦਾ ਕਰਨਯੋਗ ਵੈਟ ਕਿੰਨਾ ਹੋਵੇਗਾ? ਉਤਪਾਦ ਵੈਟ 25 ਰੁਪਏ ਮਾਈਨਸ 12.50 ਰੁਪਏ 12 ਰੁਪਏ 50 ਪੈਸੇ ਸਾਡਾ ਵੈਟ ਦੀ ਅਦਾ ਕਰਨਯੋਗ ਰਾਸ਼ੀ ਬਣੇਗੀ। ਬਹੀ ਖਾਤਾ ਰੱਖਣਾ। ਸੈਲੂਨ ਵਪਾਰ ਵਿੱਚ ਰਿਕਾਰਡ ਦਾ ਰੱਖਣਾ ਬਹੁਤ ਹੀ ਮਹੱਤਵਪੂਰਨ ਹੈ। ਅਸਲ ਵਿੱਚ ਇਹ ਕਿਸੇ ਵੀ ਪ੍ਰਕਾਰ ਦੇ ਵਪਾਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਜੇਕਰ ਤੁਸੀਂ ਸੈਲੂਨ ਵਪਾਰ ਵਿੱਚ ਹੋ ਤਾਂ ਤੁਹਾਨੂੰ ਖਾਤੇ ਲੇਖਾ ਪ੍ਰੀਖਿਅਕ ਲਈ ਉਚਿਤ ਤਰੀਕੇ ਨਾਲ ਤਿਆਰ ਕਰਨੇ ਚਾਹੀਦੇ ਹਨ। ਜਿਸ ਤਰ੍ਹਾਂ ਇਸ ਵਿੱਚ ਆਉਣ ਵਾਲੀਆਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ: ਬਹੀ ਖਾਤੇ ਵਿੱਚ ਬੈਂਕ ਦੀ ਅਦਾਇਗੀ, ਬੈਂਕ ਸਟੇਟਮੈਂਟਾਂ, ਚੈੱਕ ਬੁੱਕ ਪ੍ਰਤੀਰੂਪ, ਪ੍ਰਾਪਤ ਕੀਤੇ ਜਾਂ ਦਿੱਤੇ ਗਏ ਬਿੱਲਾਂ, ਪ੍ਰਾਪਤੀਆਂ ਜਾਂ ਸਪੁਰਦਗੀ ਨੋਟਾਂ ਦੀਆਂ ਕਾਪੀਆਂ, ਮਾਮੂਲੀ ਨਕਦ ਪ੍ਰਾਪਤੀਆਂ। ਸੈਸ਼ਨ 4: ਬਾਜ਼ਾਰ ਅਤੇ ਮਨੁੱਖੀ ਸਾਧਨ ਦੇ ਮੂਲ ਤੱਤ। ਅੱਜ ਦੇ ਸਮੇਂ ਵਿੱਚ ਪ੍ਰਬੰਧ ਅਤੇ ਬਾਜ਼ਾਰ ਦਾ ਹੁਨਰ ਬਹੁਤ ਜ਼ਿਆਦਾ ਮਹੱਤਵਪੂਰਨ ਬਣਦਾ ਜਾ ਰਿਹਾ ਹੈ। ਇਹ ਸੈਲੂਨ ਜਾਂ ਸੁੰਦਰਤਾ ਉਦਯੋਗ ਵਿੱਚ ਵੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਅਤੇ ਇਸ ਵਿੱਚ ਵਾਲ ਕੱਟਣ ਵਾਲੇ ਸੁੰਦਰਤਾ ਅਤੇ ਸੰਪੂਰਨ ਚਿਕਿਤਸਕ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਦੇ ਹੁਨਰ ਕਿਸੇ ਵਿਅਕਤੀ ਨੂੰ ਸੰਸਥਾ ਦੇ ਵਿੱਚ ਆਪਣੀ ਸਥਿਤੀ ਰੁਤਬਾ ਵਧਾਉਣ ਦੇ ਯੋਗ ਬਣਾਉਂਦੇ ਹਨ ਜਾਂ ਫਿਰ ਉਹਨਾਂ ਨੂੰ ਆਪਣਾ ਵਪਾਰ ਸ਼ੁਰੂ ਕਰਨ ਦੇ ਯੋਗ ਬਣਾਉਂਦੇ ਹਨ।
ਕਿਸੇ ਵੀ ਤਰ੍ਹਾਂ ਸੰਸਥਾ ਵਿੱਚ ਪ੍ਰਬੰਧ ਦੇ ਕੰਮ ਮੁੱਢਲੇ ਤੌਰ 'ਤੇ ਇੱਕ ਸਮਾਨ ਹੀ ਹੁੰਦੇ ਹਨ, ਭਾਵੇਂ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਗੂ ਕੀਤਾ ਜਾ ਸਕਦਾ ਹੈ। ਯੋਜਨਾ ਨੂੰ ਪ੍ਰਬੰਧ ਦੇ ਕੰਮ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜੋ ਕਿ ਵਪਾਰ ਦੇ ਉਦੇਸ਼ਾਂ ਨੂੰ ਸਥਾਪਿਤ ਕਰਨ ਲਈ, ਉਹਨਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨ ਲਈ ਅਤੇ ਹੇਠ ਲਿਖਿਆਂ ਬਾਰੇ ਫੈਸਲਾ ਲੈਣ ਬਾਰੇ ਵੀ ਦੱਸਦੀ ਹੈ। ਨੀਤੀਆਂ, ਕੂਟਨੀਤੀਆਂ, ਪ੍ਰਣਾਲੀ, ਕਿਰਿਆ ਪ੍ਰਣਾਲੀ, ਪੱਧਰ, ਸ਼ਿਸ਼ਟ, ਸਟੈਂਡਰਡ, ਬਜਟ, ਸਾਧਨ। ਯੋਜਨਾਵਾਂ ਦੀਆਂ ਹੇਠ ਲਿਖੀਆਂ ਕਿਸਮਾਂ ਹੁੰਦੀਆਂ ਹਨ। ਸਟ੍ਰੈਟੇਜਿਕ ਪਲਾਨ, ਸਟੈਂਡਿੰਗ ਪਲਾਨ, ਸਿੰਗਲ ਯੂਜ਼ ਪਲਾਨ। ਮਤਲਬ ਲਘੂ ਮਿਆਦ, ਮਾਧਿਅਮ ਮਿਆਦ, ਲੰਬੀ ਮਿਆਦ। ਕੂਟਨੀਤੀ ਯੋਜਨਾ ਉਹ ਯੋਜਨਾ ਜੋ ਸੰਸਥਾ ਵਿੱਚ ਕੂਟਨੀਤੀਆਂ, ਉਦੇਸ਼ ਅਤੇ ਮਿਸ਼ਨ ਦੇ ਸੁਭਾਅ ਜਾਂ ਮਿਆਦ ਨੂੰ ਸਥਾਪਿਤ ਕਰਦੀ ਹੈ, ਇਹਨਾਂ ਨੂੰ ਕੂਟਨੀਤੀ ਯੋਜਨਾ ਕਿਹਾ ਜਾਂਦਾ ਹੈ। ਸਥਿਰ ਯੋਜਨਾ ਇਸ ਯੋਜਨਾ ਵਿੱਚ ਨੀਤੀਆਂ, ਕਾਰਜ ਪ੍ਰਣਾਲੀਆਂ, ਨਿਯਮ, ਢੰਗ ਸ਼ਾਮਲ ਕੀਤੇ ਜਾਂਦੇ ਹਨ, ਜੋ ਕਿ ਇੱਕ ਲੰਬੇ ਸਮੇਂ ਲਈ ਸਥਾਪਿਤ ਕੀਤੇ ਜਾਂਦੇ ਹਨ। ਇਕਹਿਰੀ ਵਰਤੋਂ ਯੋਜਨਾ ਇਹ ਯੋਜਨਾ ਜੋ ਕਿ ਇੱਕ ਖਾਸ ਉਦੇਸ਼ ਨੂੰ ਥੋੜ੍ਹੇ ਸਮੇਂ ਵਿੱਚ ਪੂਰਾ ਕਰਨ ਲਈ ਕੀਤੀ ਜਾਂਦੀ ਹੈ, ਇਸ ਨੂੰ ਇਕੱਲੀ ਵਰਤੋਂ ਯੋਜਨਾ ਵੀ ਕਿਹਾ ਜਾਂਦਾ ਹੈ। ਕਾਰੋਬਾਰ ਯੋਜਨਾ ਦੇ ਤੱਤ। ਕਾਰੋਬਾਰ ਯੋਜਨਾ ਦੇ ਤੱਤ ਦੋ ਤਰੀਕੇ ਨਾਲ ਹੋ ਸਕਦੇ ਹਨ: ਬਿਜ਼ਨਸ ਡਿਟੇਲ, ਪਰਸਨਲ ਡਿਟੇਲ। ਬਿਜ਼ਨਸ ਡਿਟੇਲ ਕੀ ਹੈ? ਜਿਸ ਵਿੱਚ ਅਸੀਂ ਵਪਾਰਕ ਸੂਚਨਾ ਦਿੰਦੇ ਹਾਂ, ਜਿਸ ਵਿੱਚ ਕਾਰੋਬਾਰ ਦਾ ਨਾਮ, ਪਤਾ, ਟੈਲੀਫੋਨ ਨੰਬਰ, ਕਾਨੂੰਨੀ ਰੁਤਬਾ, ਕਾਰੋਬਾਰ ਦੀ ਕਿਸਮ, ਕਾਰੋਬਾਰ ਦੀਆਂ ਕਿਰਿਆਵਾਂ ਅਤੇ ਸੇਵਾਵਾਂ, ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ ਮਿਤੀ ਆਦਿ। ਵਿਅਕਤੀਗਤ ਵੇਰਵੇ। ਉਸੇ ਤਰ੍ਹਾਂ ਵਿਅਕਤੀਗਤ ਵੇਰਵੇ ਸ਼ਾਮਲ ਹੁੰਦੇ ਹਨ: ਵਿਅਕਤੀ ਦਾ ਨਾਮ, ਪਤਾ, ਕੰਮ ਵਾਲੀ ਜਗ੍ਹਾ ਅਤੇ ਘਰ ਦਾ ਟੈਲੀਫੋਨ ਨੰਬਰ। ਯੋਗਤਾਵਾਂ ਕੀ ਹਨ? ਕੰਮ ਦਾ ਤਜਰਬਾ, ਪਹਿਲਾਂ ਦਾ ਕਾਰੋਬਾਰੀ ਤਜਰਬਾ, ਕਾਰੋਬਾਰ ਨੂੰ ਸਥਾਪਿਤ ਕਰਨ ਦੇ ਲਈ ਕੀਤਾ ਗਿਆ ਕੋਰਸ। ਵਿੱਤੀ ਵੇਰਵੇ ਇਹ ਤੁਹਾਨੂੰ ਉਹਨਾਂ ਵੇਰਵਿਆਂ ਬਾਰੇ ਜਾਣਕਾਰੀ ਦਿੰਦਾ ਹੈ ਜੋ ਇੱਕ ਬੈਂਕ ਮੈਨੇਜਰ ਜਾਂ ਨਿਵੇਸ਼ ਦੁਆਰਾ ਕੀਤੇ ਜਾਂਦੇ ਹਨ ਜਦੋਂ ਵੀ ਤੁਸੀਂ ਪੈਸਾ ਉਧਾਰ ਲੈਣਾ ਹੈ। ਸੰਗਠਨ ਕਰਨਾ ਵਿਵਸਥਿਤ ਪ੍ਰਬੰਧ ਦੁਆਰਾ ਸਾਧਨਾਂ ਨੂੰ ਨਿਰਧਾਰਿਤ ਕਰਨ ਦਾ ਹਵਾਲਾ ਦਿੰਦਾ ਹੈ। ਇਸ ਦੇ ਨਾਲ ਨਾਲ ਇਹ ਸੰਗਠਨ ਦੇ ਉਦੇਸ਼ ਪ੍ਰਾਪਤ ਕਰਨ ਲਈ ਕਿਰਿਆਵਾਂ ਦੀ ਜ਼ਰੂਰਤ ਬਾਰੇ ਵੀ ਦੱਸਦਾ ਹੈ, ਉਹਨਾਂ ਨੂੰ ਇੱਕ ਵਿਵਹਾਰਕ ਢਾਂਚੇ ਵਿੱਚ ਇਕੱਠਾ ਕਰਦਾ ਹੈ, ਯੋਗ ਵਿਅਕਤੀਆਂ ਦੁਆਰਾ ਉਦੇਸ਼ਾਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀਆਂ ਸੌਂਪਦਾ ਹੈ ਅਤੇ ਉਹਨਾਂ ਨੂੰ ਅਧਿਕਾਰ ਵੀ ਦਿੰਦਾ ਹੈ ਜੋ ਉਹਨਾਂ ਦੁਆਰਾ ਸੌਂਪੇ ਗਏ ਕੰਮਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦੇ ਹਨ। ਕਾਬੂ ਕਰਨਾ ਇਸ ਨੂੰ ਅਸੀਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਇਹ ਯੋਜਨਾਵਾਂ ਨੂੰ ਲਾਗੂ ਕਰਨ ਲਈ ਪ੍ਰਬੰਧ ਦਾ ਕੰਮ ਕਰਦਾ ਹੈ ਅਤੇ ਨਿਰਧਾਰਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਰਮਚਾਰੀਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਯਕੀਨੀ ਬਣਾਉਂਦਾ ਹੈ। ਜਾਂਚ ਕਰਨਾ ਜਾਂ ਮੋਨੀਟਰਿੰਗ ਕਰਨਾ। ਜਾਂਚ ਕਰਨਾ ਪ੍ਰਬੰਧਕ ਦਾ ਕੰਮ ਹੈ ਜੋ ਕਾਰਜ ਨੂੰ ਮਾਪਣ ਲਈ ਢੰਗ ਨਿਰਧਾਰਿਤ ਕਰਦਾ ਹੈ, ਲੇਖਾ ਜੋਖਾ ਸਿਸਟਮ, ਕਿਰਿਆ ਪ੍ਰਣਾਲੀ ਅਤੇ ਸਟਾਫ ਨੂੰ ਜਾਣਕਾਰੀ ਜਾਰੀ ਰੱਖਦਾ ਹੈ, ਨਿਰਧਾਰਿਤ ਸਤਰਾਂ ਨਾਲ ਕਾਰਜ ਦੀ ਤੁਲਨਾ ਕਰਦਾ ਹੈ ਅਤੇ ਜ਼ਰੂਰੀ ਅਤੇ ਉਚਿਤ ਕੰਮ ਉਠਾਉਂਦਾ ਹੈ। ਸਟਾਫ ਦੀ ਨਿਯੁਕਤੀ ਵੀ ਸੈਲੂਨ ਕਾਰੋਬਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸਲ ਵਿੱਚ ਸੈਲੂਨ ਕਾਰੋਬਾਰ ਦੀ ਸਫਲਤਾ ਉੱਚ ਪੱਧਰ 'ਤੇ ਸਟਾਫ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ। ਉਚਿਤ ਅਤੇ ਸਹੀ ਕੁਸ਼ਲਤਾ ਨਾਲ ਸਟਾਫ ਦੀ ਨਿਯੁਕਤੀ ਕਾਰੋਬਾਰ ਦੀ ਮਹੱਤਤਾ ਨੂੰ ਹੋਰ ਵਧਾ ਦਿੰਦੀ ਹੈ। ਇਹ ਮਹੱਤਵਪੂਰਨ ਹੈ ਕਿ ਉਚਿਤ ਨਿਯੁਕਤੀ ਕਿਰਿਆ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਕਿਸੇ ਵੀ ਪੋਸਟ ਲਈ ਉਚਿਤ ਉਮੀਦਵਾਰ ਨੂੰ ਹੀ ਚੁਣਿਆ ਜਾਵੇ। ਅਸੀਂ ਸਟਾਫ ਦੀ ਨਿਯੁਕਤੀ ਹੇਠ ਲਿਖੇ ਕੁਝ ਤਰੀਕਿਆਂ ਦੇ ਦੁਆਰਾ ਕਰ ਸਕਦੇ ਹਾਂ, ਜਿਸ ਤਰ੍ਹਾਂ ਵਿਗਿਆਪਨ, ਨਿਯੁਕਤੀ ਏਜੰਸੀਆਂ, ਲੋਕਲ ਕਾਲਜ਼, ਸਹਿਕਰਮੀ ਤੋਂ ਪੁੱਛਣਾ, ਕਾਰੋਬਾਰੀ ਸੰਪਰਕ ਜਾਂ ਗਾਹਕ ਤੋਂ ਪਤਾ ਕਰਨਾ। ਇੰਟਰਵਿਊ ਇੱਕ ਖਾਸ ਉਦੇਸ਼ ਦਾ ਜਾਂ ਟੀਚਾ ਪ੍ਰਾਪਤ ਕਰਨ ਲਈ ਕਿਸੇ ਨਾਲ ਸੰਚਾਰ ਕਰਨਾ ਹੁੰਦਾ ਹੈ। ਇਸ ਵਿੱਚ ਸਟਾਫ ਨੂੰ ਚੁਣਨਾ, ਸਲਾਹ ਦੇਣਾ, ਅਨੁਸ਼ਾਸਨ ਸੰਬੰਧੀ ਮੁਲਾਂਕਣ ਅਤੇ ਸ਼ਿਕਾਇਤਾਂ ਆਦਿ ਸ਼ਾਮਲ ਹੋ ਸਕਦੀਆਂ ਹਨ। ਇਸ ਦੀਆਂ ਕੁਝ ਮਹੱਤਵਪੂਰਨ ਗੱਲਾਂ ਹੁੰਦੀਆਂ ਹਨ ਜਿਸ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੁੰਦਾ ਹੈ, ਜਿਵੇਂ ਇੰਟਰਵਿਊ ਤੋਂ ਪਹਿਲਾਂ ਉਸਦੀ ਤਿਆਰੀ, ਉਸਦਾ ਉਦੇਸ਼, ਇੰਟਰਵਿਊ ਦਾ ਪ੍ਰਬੰਧ, ਇੰਟਰਵਿਊ ਤੋਂ ਬਾਅਦ ਦੀਆਂ ਗੱਲਾਂ, ਪ੍ਰਵੇਸ਼ ਆਦਿ।
ਟੀਮ ਦੇ ਤੌਰ 'ਤੇ ਕੰਮ ਕਰਨਾ। ਕਾਰੋਬਾਰ ਨੂੰ ਸਫਲ ਬਣਾਉਣ ਲਈ ਟੀਮ ਦੇ ਤੌਰ 'ਤੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜ਼ਿਆਦਾਤਰ ਸਫਲ ਕਾਰੋਬਾਰ ਨਿਸ਼ਚਿਤ ਤੌਰ 'ਤੇ ਸਖਤ ਮਿਹਨਤ ਕਰਦੇ ਹਨ। ਪ੍ਰਭਾਵਸ਼ਾਲੀ ਟੀਮ ਜਾਂ ਟੀਮਾਂ ਦੀ ਗਿਣਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇਸ ਵਿੱਚ ਕਿੰਨੇ ਮੈਂਬਰ ਹਨ। ਇੱਕ ਟੀਮ ਬਹੁਤ ਪ੍ਰਭਾਵਸ਼ਾਲੀ ਹੋ ਸਕਦੀ ਹੈ ਜਦੋਂ ਹਰੇਕ ਮੈਂਬਰ ਆਪਣਾ ਕਾਰਜ ਜਾਂ ਕਿਰਦਾਰ ਸਮਝੇ ਅਤੇ ਉਸ ਨੂੰ ਬਾਖੂਬੀ ਨਿਭਾਵੇ। ਹੇਠ ਲਿਖੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ ਜਦੋਂ ਅਸੀਂ ਇੱਕ ਗਰੁੱਪ ਵਿੱਚ ਜਾਂ ਇੱਕ ਟੀਮ ਵਿੱਚ ਕੰਮ ਕਰਦੇ ਹਾਂ। ਗਰੁੱਪ ਚਰਚਾ ਅਤੇ ਫੈਸਲੇ ਦੇਣ ਦੀ ਲਗਾਤਾਰ ਮੀਟਿੰਗਾਂ ਕਰਨਾ। ਉਪਲਬਧ ਹੁਨਰ ਕੁਸ਼ਲ ਦੇ ਅਨੁਸਾਰ ਕੰਮ ਨੂੰ ਸਹੀ ਅਤੇ ਇਕਸਾਰ ਵੰਡਣਾ। ਜੇਕਰ ਸਮੱਸਿਆ ਆ ਜਾਵੇ ਤਾਂ ਤੁਰੰਤ ਮੈਂਬਰ ਨੂੰ ਫੀਡਬੈਕ ਦਿਓ। ਜਦੋਂ ਸਮੱਸਿਆ ਦਾ ਹੱਲ ਨਾ ਹੋਵੇ ਤਾਂ ਉਪਾਅ ਕਿਰਿਆ ਕਰਨੀ ਚਾਹੀਦੀ ਹੈ ਜਾਂ ਸਮੱਸਿਆਵਾਂ ਨੂੰ ਉੱਚ ਪੱਧਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਬਦਲਾਵਾਂ ਨਾਲ ਨਿਪਟਣ ਦੀ ਲਚਕਤਾ ਬਹੁਤ ਜ਼ਰੂਰੀ ਹੈ। ਅਖੀਰ ਵਿੱਚ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੈਜੈਂਟੇਸ਼ਨ ਨੂੰ ਧਿਆਨ ਨਾਲ ਸੁਣਨ ਦੇ ਲਈ।